सत श्री अकाल दोस्तों, मैं गुरजतिंदर सिंह रंधावा, रियल्टर कैलीफोर्निया। मेरा रियल स्टेट नंबर DRE नंबर जोड़ा हुंदा वो है 01490 567 01490 मेरा फ़ोन नंबर 9163209444। दोस्तों, रियल स्टेट के खेत्र में मैं 2005 तो तुहाडी सेवा विच हाज़र हाँ। बहुत सारे क्लाइंट्स इस दौरान मेरे बने हैं, उन्होंने विचों बहुत सारिਆਂ ਦੇ मैं घर भी बेचे, उन्होंने घर लैके भी दिते, ਜ਼ਮੀਨਾਂ लैके दित्तियां ਜਾਂ बेचियां ਜਾਂ बिजनेस लैके दिते ਜਾਂ बेचे। हर तरह की जी प्रॉपर्टी सी ਉਹਦੇ ਵਿੱਚ मैं डीलिंग कीती आ। ਉਹਦਾ ਰੈਫਰਲ ਜਿਹੜਾ ਅੱਜ ਮੈਨੂੰ ਮਿਲਦਾ, ਉਹਦੇ ਨਾਲ ਜੇ ਕਿਸੇ ਨੂੰ ਚੰਗੀ ਡੀਲ ਮਿਲੀ ਆ, ਉਹਨਾਂ ਨੇ ਮੈਨੂੰ ਹਮੇਸ਼ਾ ਰੈਫਰਲ ਦੇ ਕੇ ਨਵਾਜਿਆ। ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹ ਦੱਸਿਆ ਕਿ ਜੇ ਘਰ ਲੈਣਾ ਤੇ ਇੱਕ ਐਕਸਪੀਰੀਅੰਸਡ ਰੀਅਲਟਰ ਤੋਂ ਹੀ ਲੈਣਾ ਚਾਹੀਦਾ, ਕਿਉਂਕਿ ਕਈ ਵਾਰੀ ਇਹ ਹੁੰਦਾ ਤੁਸੀਂ ਜਦੋਂ ਨਵੇਂ ਏਜੰਟ ਕੋਲੋਂ ਘਰ ਲੈਂਦੇ ਹੋ, ਅਸੀਂ ਨਹੀਂ ਕਹਿੰਦੇ ਵੀ ਨਾ ਲਵੋ, ਜੇ ਲੈਂਦੇ ਉਹਨੂੰ ਬਹੁਤਾ ਐਕਸਪੀਰੀਅੰਸ ਨਹੀਂ ਹੁੰਦਾ। ਜਦੋਂ ਐਕਸਪੀਰੀਅੰਸ ਨਹੀਂ ਹੋਊਗਾ, ਬਹੁਤ ਸਾਰੀਆਂ ਇਹੋ ਜਿਹੀਆਂ ਖਾਮੀਆਂ ਰਹਿ ਜਾਂਦੀਆਂ, ਕੁਛ ਪੇਪਰ ਵਰਕਸ 'ਚ ਗੜਬੜ ਹੋ ਜਾਂਦੀ ਆ, ਕੁਛ ਡਿਸਕਲੋਜ਼ਰ ਜਿਹੜੇ ਹੁੰਦੇ ਆ ਬਹੁਤ ਜ਼ਰੂਰੀ, ਉਹ ਲੈਣ ਵਿੱਚ ਨਾਕਾਮਯਾਬ ਰਹਿੰਦੇ ਆ ਦੂਸਰੀ ਪਾਰਟੀ ਤੋਂ, ਜਿਸ ਕਰਕੇ ਜਿਹੜਾ ਖਰੀਦਦਾਰ ਆ ਜਾਂ ਵੇਚਣ ਵਾਲਾ, ਉਹਨੂੰ ਉਹ ਪੂਰਾ ਜਿਹੜਾ ਉਹਦੀ ਸਰਵਿਸ ਉਹ ਨਹੀਂ ਮਿਲਦੀ ਅਤੇ ਬਾਅਦ ਵਿੱਚ ਪਛਤਾਉਣਾ ਪੈਂਦਾ ਜਦੋਂ ਕੋਈ ਨਾ ਕੋਈ ਕਮੀ ਨਿਕਲ ਆਉਂਦੀ ਆ। ਇਸ ਤੋਂ ਪਹਿਲਾਂ ਕਿ ਆਪਾਂ ਇਸ ਟੌਪਿਕ 'ਤੇ ਗੱਲ ਕਰੀਏ, ਆਪਾਂ ਇਹ ਗੱਲ ਕਰ ਲਈਏ ਕਿ ਘਰ ਕੌਣ ਲੈ ਸਕਦਾ ਅਤੇ ਕਿਵੇਂ ਲਿਆ ਜਾਂਦਾ ਕੈਲੀਫੋਰਨੀਆ 'ਚ, ਕਿਉਂਕਿ ਮੈਂ ਕੈਲੀਫੋਰਨੀਆ ਲਾਇਸੈਂਸ ਹੋਲਡਰ ਹਾਂ ਅਤੇ ਉਸ ਕਰਕੇ ਸਿਰਫ ਮੈਂ ਕੈਲੀਫੋਰਨੀਆ ਬਾਰੇ ਤੁਹਾਡੇ ਨਾਲ ਡਿਸਕਸ਼ਨ ਕਰ ਸਕਦਾ। ਕੈਲੀਫੋਰਨੀਆ 'ਚ ਘਰ ਖਰੀਦਣ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਵਰਕ ਪਰਮਿਟ ਹੋਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਇੱਥੇ ਪੱਕੇ ਹੋ, ਯਾਨੀ ਵਰਕ ਪਰਮਿਟ ਘੱਟੋ ਘੱਟ ਹੈਗਾ, ਫਿਰ ਹੀ ਘਰ ਖਰੀਦ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਇੱਕ ਬੈਂਕ ਦੀ ਲੋੜ ਪੈਂਦੀ ਆ ਮੋਰਗੇਜ ਲੈਣ ਲਈ। ਘਰ ਖਰੀਦਣ ਲਈ ਜੇ ਤਾਂ ਤੁਹਾਡੇ ਕੋਲ ਕੈਸ਼ ਪੇਮੈਂਟ ਆ, ਉਹਦੇ ਨਾਲ ਦੀ ਤਾਂ ਕੋਈ ਵਧੀਆ ਗੱਲ ਹੀ ਹੈ ਨਹੀਂ, ਪਰ ਜੇ ਤੁਸੀਂ ਲੋਨ ਲੈਣਾ, ਕਿਉਂਕਿ ਇੱਥੇ ਫੈਸਿਲਿਟੀਜ਼ ਬਹੁਤ ਆ ਬੈਂਕਾਂ ਦੀ, ਮੋਰਗੇਜ ਲੋਨ ਜਿਹੜਾ ਹੁੰਦਾ, ਆਪਾਂ ਅੱਜ ਸਿਰਫ ਘਰਾਂ ਦੀ ਗੱਲ ਕਰ ਰਹੇ। ਜਦੋਂ ਘਰ ਦਾ ਲੋਨ ਤੁਸੀਂ ਲੈਣਾ ਹੁੰਦਾ, ਉਦੋਂ ਤੁਹਾਨੂੰ ਇੱਕ ਲੋਨ ਆਫਿਸਰ ਨਾਲ ਜਾਂ ਬੈਂਕ ਨਾਲ ਕੰਟੈਕਟ ਕਰਨਾ ਪੈਂਦਾ। 3% ਡਾਊਨ ਪੇਮੈਂਟ 'ਤੇ ਵੀ ਘਰ ਮਿਲ ਜਾਂਦਾ, 5% 'ਤੇ ਵੀ ਮਿਲ ਜਾਂਦਾ ਡਾਊਨ ਪੇਮੈਂਟ 'ਤੇ, 10% 'ਤੇ ਮਿਲ ਜਾਂਦਾ, 20% ਡਾਊਨ ਪੇਮੈਂਟ 'ਤੇ ਮਿਲ ਜਾਂਦਾ, 30 'ਤੇ ਵੀ ਮਿਲ ਜਾਂਦਾ। ਡਿਪੈਂਡ ਕਰਦਾ ਤੁਹਾਨੂੰ ਕਿਹੜੀ ਡੀਲ ਉਹਦੇ ਵਿੱਚ ਮਿਲ ਰਹੀ ਆ। ਤੁਸੀਂ FHA ਲੋਨ ਕਰਾ ਰਹੇ ਹੋ ਜਾਂ ਕੋਈ ਹੋਰ ਲੋਨ ਕਰਾ ਰਹੇ ਹੋ, ਉਹਦੇ ਵਿੱਚ ਤੁਹਾਨੂੰ ਵੱਖਰੀਆਂ ਡੀਲਾਂ ਹੁੰਦੀਆਂ, ਵੱਖਰੇ ਇੰਟਰਸਟ ਰੇਟ ਜਿਹੜੇ ਹੁੰਦੇ ਆ ਉਹ ਲੱਗਣੇ ਹੁੰਦੇ ਆ। ਜਿਸ ਤਰੀਕੇ ਦਾ ਉਹ ਲੋਨ ਆ, ਉਸ ਹਿਸਾਬ ਨਾਲ ਤੁਹਾਨੂੰ ਉਹਦਾ ਜਿਹੜਾ ਮਨਜ਼ੂਰੀ ਮਿਲਣੀ ਹੈ। ਹੁਣ ਘਰ ਖਰੀਦਣ ਲਈ ਆਮ ਤੌਰ 'ਤੇ ਜਿਹੜੇ ਬੈਂਕ ਆ ਉਹ ਕੀ ਮੰਗਦੇ ਆ? ਸਭ ਤੋਂ ਪਹਿਲਾਂ ਉਹਨਾਂ ਨੇ ਦੇਖਣਾ ਵੀ ਤੁਸੀਂ ਇੱਥੇ ਕੰਮ ਕਰਨ ਯੋਗ ਹੈਗੇ ਆ, ਤੁਹਾਡੇ ਕੋਲ ਵਰਕ ਪਰਮਿਟ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਘੱਟੋ ਘੱਟ 2 ਸਾਲ ਦੇ ਟੈਕਸ ਜਿਹੜੇ ਆ ਉਹ ਤੁਹਾਡੇ ਜ਼ਰੂਰ ਚੈੱਕ ਕਰਨੇ ਆ। ਜੇ ਤੁਸੀਂ ਚੰਗੇ ਟੈਕਸ ਭਰੇ ਹੋਣਗੇ ਫਿਰ ਹੀ ਤੁਸੀਂ ਘਰ ਲੈ ਸਕਦੇ ਹੋ। ਸਾਡੇ ਬਹੁਤੇ ਪੰਜਾਬੀ ਕੀ ਕਰਦੇ ਆ ਕਿ ਜਦੋਂ ਘਰ ਲੈਣਾ ਹੁੰਦਾ, ਸਾਨੂੰ ਕਾਲ ਕਰਦੇ ਆ ਜੀ ਘਰ ਲੈ ਦਿਓ। ਘਰ ਲੈਣ ਲੱਗਿਆਂ ਇਹ ਨਹੀਂ ਹੈਗਾ ਵੀ ਤੁਸੀਂ ਕਹਿ ਦਿੱਤਾ ਅਤੇ ਅਸੀਂ ਲੈ ਦੇਣਾ। ਘਰ ਲੈਣ ਲਈ ਬਕਾਇਦਾ ਵਿਉਂਤਬੰਦੀ ਹੁੰਦੀ ਆ, ਪੂਰਾ ਸਿਸਟਮ ਹੁੰਦਾ ਅਮਰੀਕਾ 'ਚ, ਕੈਲੀਫੋਰਨੀਆ 'ਚ ਖਾਸ ਕਰਕੇ। ਜਦੋਂ ਤੁਸੀਂ ਘਰ ਲੈਣਾ ਅਤੇ ਉਹਦੇ ਲਈ ਤੁਹਾਨੂੰ ਜਿਵੇਂ ਦੱਸਿਆ ਕਿ ਵਰਕ ਪਰਮਿਟ, ਬੈਂਕ ਦੀ ਆਥੋਰਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਬੈਂਕ ਨੇ ਹੀ ਦੱਸਣਾ ਕਿ ਤੁਸੀਂ ਕਿੰਨੀ ਅਮਾਊਂਟ ਤੱਕ ਘਰ ਲੈ ਸਕਦੇ ਹੋ। 2 ਸਾਲ ਦਾ ਟੈਕਸ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਭਰਨਾ ਬਹੁਤ ਜ਼ਰੂਰੀ ਆ। ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਟੈਕਸ ਪੇਪਰ ਮੰਗਣੇ ਆ, ਤੁਹਾਡੀ ਸੋਸ਼ਲ ਸਿਕਿਉਰਿਟੀ ਜਿਹੜੀ ਆ ਉਹ ਮੰਗਣੀ ਆ। ਉਹਦੇ ਤੋਂ ਸੋਸ਼ਲ ਸਿਕਿਉਰਿਟੀ ਤੋਂ ਤੁਹਾਡਾ ਬੈਂਕ ਇਹ ਦੇਖੇਗਾ ਕਿ ਤੁਹਾਡਾ ਕ੍ਰੈਡਿਟ ਕੀ ਆ, ਤੁਹਾਡੇ ਸਕੋਰ ਕਿੰਨੇ ਆ, ਤੁਹਾਡਾ ਕੋਈ ਜ਼ਿਆਦਾ ਲੋਨ ਜਿਹੜਾ ਹੈਗਾ ਕ੍ਰੈਡਿਟ ਕਾਰਡਾਂ ਦਾ ਉਹ ਜ਼ਿਆਦਾ ਖੜਾ ਤਾਂ ਨਹੀਂ ਹੈਗਾ, ਕਿਉਂਕਿ ਜੇ ਤੁਹਾਡੇ ਕ੍ਰੈਡਿਟ ਕਾਰਡ 'ਤੇ ਲੋਨ ਖੜੇ ਹੋਣਗੇ ਤੁਹਾਡੀ ਉਨੀ ਇਨਕਮ ਨਹੀਂ ਹੋਊਗੀ ਅਤੇ ਉਸ ਕਰਕੇ ਫਿਰ ਉਹ ਤੁਹਾਨੂੰ ਲੋਨ ਲੈਣ ਵਿੱਚ, ਘਰ ਖਰੀਦਣ ਵਿੱਚ ਮੁਸ਼ਕਲ ਆਊਗੀ। ਬੈਂਕ ਨੇ ਤਾਂ ਇਹ ਦੇਖਣਾ ਕਿ ਤੁਸੀਂ ਜੇ ਘਰ ਖਰੀਦਣਾ, ਉਹਦੀ ਜਿਹੜੀ ਪੇਮੈਂਟ ਆ ਉਹ ਆਸਾਨੀ ਨਾਲ ਦੇ ਸਕਦੇ, ਤੁਹਾਡੇ 'ਤੇ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ, ਤੁਹਾਨੂੰ ਕਿਤੋਂ ਮਤਲਬ ਇਹ ਤਾਂ ਨਹੀਂ ਹੋਊਗਾ ਵੀ ਤੁਹਾਡੀਆਂ ਜਿਹੜੀਆਂ ਪੇਮੈਂਟਸ ਆ ਉਹ ਟੁੱਟ ਜਾਣਗੀਆਂ। ਬੈਂਕ ਨੇ ਤਾਂ ਵੈਰੀਫਿਕੇਸ਼ਨ ਕਰਨੀ ਆ।
ਬੈਂਕ ਨੇ ਉਸ ਤੋਂ ਬਾਅਦ 2 ਸਾਲਾਂ ਦਾ ਤੁਹਾਡਾ ਜਿਹੜਾ ਟੈਕਸ ਰਿਟਰਨ ਤੋਂ ਬਾਅਦ ਤੁਹਾਡੇ ਬੈਂਕ ਵਿੱਚ ਜਿਹੜੀ ਤੁਸੀਂ ਡਾਊਨ ਪੇਮੈਂਟ ਦੇਣੀ ਆ ਉਹ ਤੁਹਾਡੇ ਕੋਲ ਅਵੇਲੇਬਲ ਹੈਗੀ ਆ, ਪਹਿਲਾਂ ਤਾਂ ਉਹ ਦੇਖਣਗੇ। ਜੇ ਨਹੀਂ ਹੈਗੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿਸੇ ਦੇ ਕੋਲ ਸਾਈਨ ਕਰਾਉਣੇ ਆ। ਵੈਸੇ ਤਾਂ ਕੈਲੀਫੋਰਨੀਆ ਅਮਰੀਕਾ ਵਿੱਚ ਜਲਦੀ ਕਿਤੇ ਕੋਈ ਕੋਲ ਸਾਈਨ ਨਹੀਂ ਕਰਦਾ। ਹਾਂ, ਬਹੁਤ ਤੁਹਾਡੇ ਕੋਈ ਰਿਸ਼ਤੇਦਾਰ ਆ ਜਾਂ ਕੋਈ ਬਹੁਤ ਕਲੋਜ਼ ਆ, ਜੇ ਉਹ ਚਾਹਣ, ਜੇ ਉਹਨਾਂ ਦੀ ਆਪਣੀ ਇਨਕਮ ਵੀ ਇੰਨੀ ਹੈਗੀ ਆ ਵੀ ਆਪਣਾ ਘਰ ਲੈਣ ਤੋਂ ਬਾਅਦ ਤੁਹਾਡੇ ਲਈ ਵੀ ਉਹ ਕੋਲ ਸਾਈਨ ਕਰ ਦੇਣ ਤੇ ਉਹ ਕੋਲ ਸਾਈਨ ਕਰ ਸਕਦੇ ਆ। ਪਰ ਉਹ ਡਿਪੈਂਡ ਕਰਦਾ ਤੁਹਾਡੇ ਰਿਲੇਸ਼ਨ ਕਿਸ ਤਰ੍ਹਾਂ ਦੇ ਹੈਗੇ ਆ ਵੀ ਤੁਹਾਡੇ ਲਈ ਉਹ ਇਹ ਰਿਸਕ ਲੈਣ ਨੂੰ ਤਿਆਰ ਹੈਗੇ ਆ। ਇੱਥੇ ਇਹਨੂੰ ਰਿਸਕ ਕਿਹਾ ਜਾ ਸਕਦਾ ਇੱਕ ਤਰ੍ਹਾਂ ਦਾ। ਕੋਲ ਸਾਈਨ ਤਾਂ ਨਹੀਂ ਬਹੁਤੇ ਲੋਕ ਕਰਦੇ ਜਦੋਂ ਤੁਸੀਂ ਘਰ ਲੈ ਲੈਂਦੇ ਹੋ, ਕਿਸੇ ਤੋਂ ਕੋਲ ਸਾਈਨ ਕਰਾਇਆ, ਤੁਸੀਂ ਕਿਸ਼ਤ ਨਹੀਂ ਭਰਦੇ ਤੇ ਉਹ ਜਿਹੜਾ ਬੈਡ ਕ੍ਰੈਡਿਟ ਜਿਹੜਾ ਇਫੈਕਟ ਆ ਉਹ ਉਹਨਾਂ 'ਤੇ ਵੀ ਪਏਗਾ, ਤੁਹਾਡੇ 'ਤੇ ਤਾਂ ਪੈਣਾ ਹੀ ਪੈਣਾ। ਨਾਲ ਜਿਨ੍ਹਾਂ ਨੇ ਕੋਲ ਸਾਈਨ ਕੀਤੇ ਆ ਉਹਦੇ ਨਾਲ ਵੀ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ, ਉਹਨਾਂ ਦਾ ਕ੍ਰੈਡਿਟ ਜਿਹੜਾ ਉਹ ਖਰਾਬ ਹੋ ਸਕਦਾ। ਇਸ ਕਰਕੇ ਛੇਤੀ ਕਿਤੇ ਕੋਈ ਰਾਜੀ ਨਹੀਂ ਹੁੰਦਾ ਇੱਥੇ ਕੋਲ ਸਾਈਨ ਕਰਨ ਲਈ। ਹਾਂ, ਜੇ ਹੋ ਜੇ ਤੇ ਬਹੁਤ ਖੁਸ਼ੀ ਦੀ ਗੱਲ ਆ। ਇੱਕ ਤਰੀਕਾ ਤਾਂ ਇਹ ਹੁੰਦਾ। ਦੂਜਾ, ਤੁਹਾਡੇ ਕੋਲ ਜੇ ਕੈਸ਼ ਪੈਸੇ ਵੀ ਪਏ ਆ ਤੁਹਾਨੂੰ ਦੱਸਣੇ ਪੈਣਗੇ ਇਹ ਕੈਸ਼ ਅਮਾਊਂਟ ਤੁਹਾਡੇ ਕੋਲ ਕਿਉਂ ਪਿਆ। ਤੁਹਾਨੂੰ ਜੇ ਕਿਸੇ ਨੇ ਅਦਾਰਾ ਦੇਣਾ ਜਾਂ ਗਿਫਟ ਵੀ ਦੇਣਾ, ਉਹ ਵੀ ਤੁਸੀਂ ਕਿਸੇ ਤੋਂ ਲੈਟਰ ਲੈ ਸਕਦੇ ਹੋ, ਉਹਨਾਂ ਨੂੰ ਕਹਿ ਸਕਦੇ ਹੋ ਕਿ ਆਹ ਜਿਹੜੇ ਪੈਸੇ ਆ ਸਾਨੂੰ ਇੱਕ ਗਿਫਟ ਲੈਟਰ ਦੇ ਦਿਓ ਤਾਂ ਕਿ ਅਸੀਂ ਬੈਂਕ ਨੂੰ ਦੱਸੀਏ ਵੀ ਅਸੀਂ ਇਸ ਥਾਂ ਤੋਂ ਗਿਫਟ ਲੈਟਰ ਲੈ ਕੇ ਆਹ ਡਾਊਨ ਪੇਮੈਂਟ ਉਹ ਦੇ ਰਹੇ ਹਾਂ। ਬਹੁਤ ਸਾਰੇ ਹੋਰ ਵੀ ਤਰੀਕੇ ਹੈਗੇ ਆ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਦੇ ਵੀ 9163209444। ਉਹਦੇ ਵਿੱਚ ਵੀ ਕੋਈ ਸਲਾਹ ਵੀ ਲੈਣੀ ਹੋਵੇ ਤੁਹਾਨੂੰ ਮੈਂ ਦੱਸ ਸਕਦਾ ਵੀ ਘਰ ਖਰੀਦਣ ਲਈ ਪ੍ਰਪੇਅਰ ਕਿਵੇਂ ਹੋਣਾ ਉਹ ਜ਼ਰੂਰੀ ਆ। ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਟੈਕਸ ਭਰਨ ਲੱਗੇ ਆ, ਚੋਰੀ ਕਰਨ ਦੀ ਆਦਤ ਆ ਉਹਨਾਂ ਨੂੰ। ਇਹ ਬਿਲਕੁਲ ਨਾ ਕਰੋ। ਜੇ ਤੁਸੀਂ ਅਮਰੀਕਾ ਵਿੱਚ ਕਾਮਯਾਬ ਹੋਣਾ, ਜੋ ਤੁਹਾਡਾ ਰੀਅਲ ਟੈਕਸ ਆ ਉਹੀ ਭਰੋਗੇ, ਫਿਊਚਰ ਵਿੱਚ ਤੁਹਾਡੇ ਲਈ ਉਹ ਫਾਇਦੇਮੰਦ ਹੁੰਦਾ। ਤੁਸੀਂ ਘਰ ਲੈਣਾ, ਤੁਸੀਂ ਬਿਜ਼ਨਸ ਲੈਣਾ, ਤੁਸੀਂ ਖੇਤ ਲੈਣੇ ਆ, ਕੋਈ ਹੋਟਲ ਮੋਟਲ ਕੁਛ ਵੀ ਲੈਣਾ, ਬੈਂਕ ਨੇ ਇਹ ਦੇਖਣਾ ਵੀ ਤੁਸੀਂ ਟੈਕਸ ਕਿੰਨਾ ਭਰਿਆ। ਜੇ ਟੈਕਸ ਘੱਟ ਭਰਦੇ ਹੋ ਤੁਹਾਡਾ ਕ੍ਰੈਡਿਟ ਨਹੀਂ ਬਣਦਾ, ਤੁਹਾਡਾ ਰੈਕਡ ਨਹੀਂ ਬਣਦਾ, ਬੈਂਕ ਨੇ ਬਿਲਕੁਲ ਵੀ ਤੁਹਾਨੂੰ ਜਿਹੜਾ ਲੋਨ ਨਹੀਂ ਦੇਣਾ ਕਿਸੇ ਵੀ ਥਾਂ 'ਤੇ, ਚਾਹੇ ਉਹ ਘਰ ਆ ਚਾਹੇ ਕੋਈ ਹੋਰ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ। ਤੁਹਾਨੂੰ ਬੈਂਕ ਤਾਂ ਹੀ ਦਿੰਦਾ ਜੇ ਤੁਹਾਡੇ ਕੋਲ ਟੈਕਸ ਵਧੀਆ ਭਰੇ ਹੋਣਗੇ ਤੇ ਜੇ ਤੁਹਾਡੇ ਕੋਲ ਪੈਸਾ ਬੈਂਕ 'ਚ ਉਹ ਡਾਊਨ ਪੇਮੈਂਟ ਦਾ ਉਹ ਅਵੇਲੇਬਲ ਹੋਊਗਾ। ਸੋ ਦੋਸਤੋ, ਇਹ ਗੱਲਾਂ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਜਦੋਂ ਵੀ ਘਰ ਲੈਣਾ ਘੱਟੋ ਘੱਟ 5-7 ਮਹੀਨੇ ਪਹਿਲਾਂ ਆਪਣੇ ਕਿਸੇ ਰੀਅਲ ਸਟੇਟ ਏਜੰਟ ਨੂੰ, ਰੀਅਲਟਰ ਨੂੰ ਜ਼ਰੂਰ ਕੰਸਲਟ ਕਰ ਲਓ ਕਿ ਮੈਂ ਅਗਲੇ ਸਾਲ ਦੇ ਟੈਕਸ ਕਿਹੜੇ ਹਿਸਾਬ ਨਾਲ ਭਰਾਂ, ਫੁੱਲ ਭਰਾਂ, ਕਿਸ ਤਰ੍ਹਾਂ ਭਰਾਂ। ਉਹ ਤਾਂ ਬਹੁਤ ਜ਼ਰੂਰੀ ਆ। ਬਿਜ਼ਨਸਮੈਨ ਮੈਂ ਜਿਹੜੇ ਹੈਗੇ ਉਹਨਾਂ ਬਾਰੇ ਮੈਂ ਸਪੈਸ਼ਲ ਤੌਰ 'ਤੇ ਗੱਲ ਕਰ ਰਿਹਾ ਕਿਉਂਕਿ ਜਿਹੜੇ ਤਾਂ W2 'ਤੇ ਹੁੰਦੇ ਆ ਉਹ ਤਾਂ ਉਹਨਾਂ ਦਾ ਜੋ ਹੈਗੀ ਆ ਇਨਕਮ ਉਹ ਤਾਂ ਉਹਨਾਂ ਨੇ ਉਹ ਭਰਨੀ ਹੈ। ਸਾਡੇ ਬਿਜ਼ਨਸਮੈਨ ਜਿਹੜੇ ਆ ਨਾ ਉਹ ਥੋੜ੍ਹਾ ਜਿਹਾ ਕਪੜਾ ਕਰ ਜਾਂਦੇ ਆ, ਉਸ ਕਰਕੇ ਇਹ ਜ਼ਰੂਰੀ ਆ ਕਿ ਜਿਹੜਾ ਟੈਕਸ ਆ ਜਿੰਨੀ ਤੁਹਾਡੀ ਇਨਕਮ ਆ ਉਹ ਜ਼ਰੂਰ ਭਰੋ, ਤਾਂ ਹੀ ਤੁਸੀਂ ਅੱਗੇ ਤੋਂ ਫਿਊਚਰ ਤੋਂ ਆਪਣਾ ਘਰ ਲੈ ਸਕਦੇ ਹੋ। ਮੈਂ ਦੂਜੀ ਗੱਲ ਕੀਤੀ ਸੀ ਕਿ ਜਿਹੜੇ ਕਈ ਵਾਰੀ ਏਜੰਟ ਸਾਡੇ ਹੁੰਦੇ ਆ, ਨਵੇਂ ਹੁੰਦੇ ਆ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਥੋੜ੍ਹੀ ਜਿਹੀ ਉਹ ਟ੍ਰੇਨਿੰਗ ਜ਼ਰੂਰ ਲੈ ਲਿਆ ਕਰਨ। ਗਲਤ ਗਾਈਡੈਂਸ ਕਰਨ ਨਾਲ ਕਈ ਵਾਰੀ ਜਿਨ੍ਹਾਂ ਨੇ ਘਰ ਲੈਣਾ ਹੁੰਦਾ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਜਦੋਂ ਉਹ ਲਾਇਸੈਂਸ ਲੈਂਦੇ ਆ ਇੱਕਦਮ ਉਹ ਰੀਅਲ ਸਟੇਟ 'ਚ ਪੈ ਜਾਂਦੇ ਆ, ਇੱਕਦਮ ਰੀਅਲ ਸਟੇਟ 'ਚ, ਕਿਉਂਕਿ ਜਿਹੜਾ ਟੈਸਟ ਦਿੱਤਾ ਹੁੰਦਾ ਉਹ ਚੀਜ਼ ਹੋਰ ਆ, ਉਹ ਤੇ ਥਿਊਰੀ ਚੀਜ਼ ਹੋਰ ਆ, ਪ੍ਰੈਕਟੀਕਲ ਹੋਰ ਆ। ਉਸ ਕਰਕੇ ਸਾਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਕਿ ਜੇ ਅਸੀਂ ਪ੍ਰੈਕਟੀਕਲੀ ਕਰਾਂਗੇ, ਸਾਨੂੰ ਐਕਸਪੀਰੀਅੰਸ ਹੋਊਗਾ, ਤਾਂ ਹੀ ਅਸੀਂ ਕਿਸੇ ਨੂੰ ਚੰਗੀ ਸਲਾਹ ਦੇ ਸਕਦੇ ਹਾਂ। ਉਸ ਕਰਕੇ ਮੈਂ ਹਰ ਘਰ ਖਰੀਦਣ ਵਾਲਿਆਂ ਨੂੰ ਤੇ ਹਰ ਰੀਅਲਟਰ ਨੂੰ ਇਹ ਕਹੂੰਗਾ ਵੀ ਆਪਣੀ ਟ੍ਰੇਨਿੰਗ ਪਹਿਲਾਂ ਪੂਰੀ ਜ਼ਰੂਰ ਕਰ ਲੈਣ, ਕਿਸੇ ਚੰਗੇ ਸੀਨੀਅਰ ਰੀਅਲਟਰ ਨਾਲ ਲੱਗ ਕੇ ਉਹਨਾਂ ਤੋਂ ਪ੍ਰੈਕਟਿਸ ਆਪਣੀ ਜ਼ਰੂਰ ਕਰ ਲੈਣ ਤਾਂ ਕਿ ਕੋਈ ਇਹੋ ਜਿਹੀ ਗਲਤੀ ਨਾ ਹੋਵੇ, ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋ ਜਾਵੇ। ਇਹ ਤਾਂ ਸੀਗਾ ਘਰ ਲੈਣ ਦਾ ਕੀ ਤਰੀਕਾ ਹੈਗਾ। ਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਮਾਰਕੀਟ ਦੀ। ਅੱਜ ਦੀ ਜਿਹੜੀ ਮਾਰਕੀਟ ਆ, ਘਰ ਉਹਦੇ ਵਿੱਚ ਕਈ ਤਰ੍ਹਾਂ ਦੇ ਹੁੰਦੇ ਆ। ਜਿਸ ਤਰ੍ਹਾਂ ਬਹੁਤ ਪੁਰਾਣਾ ਘਰ ਹੁੰਦਾ, ਯੂਜ਼ਡ ਘਰ ਜਿਹੜੇ ਹੁੰਦੇ ਆ, ਥੋੜ੍ਹਾ ਜਿਹਾ ਨਵਾਂ ਘਰ ਵੀ ਹੁੰਦਾ, ਜਾਂ ਬਿਲਕੁਲ ਬ੍ਰੈਂਡ ਨਿਊ ਘਰ ਹੁੰਦੇ ਆ। ਬ੍ਰੈਂਡ ਨਿਊ ਘਰ 'ਤੇ ਆਪਾਂ ਸ਼ੁਰੂ ਕਰਦੇ ਹਾਂ। ਜਿਹੜੇ ਬ੍ਰੈਂਡ ਨਿਊ ਘਰ ਆ
ਉਹ ਬੁੱਕ ਕਰਾਉਣਾ ਪੈਂਦਾ। ਜੇ ਤੁਸੀਂ ਕਿਸੇ ਰੀਅਲ ਸਟੇਟ ਏਜੰਟ ਨੂੰ ਨਾਲ ਲੈ ਕੇ ਜਾਓਗੇ, ਫਸਟ ਵਿਜ਼ਿਟ ਕਿਸੇ ਵੀ ਬਿਲਡਰ ਕੋਲ, ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਬਿਲਡਰ ਕਹਿੰਦੇ ਇੱਥੇ, ਜੇ ਤੁਸੀਂ ਫਸਟ ਵਿਜ਼ਿਟ 'ਤੇ ਰੀਅਲਟਰ ਨੂੰ, ਰੀਅਲ ਸਟੇਟ ਏਜੰਟ ਨੂੰ ਨਾਲ ਲੈ ਕੇ ਜਾਂਦੇ ਹੋ ਤਾਂ ਹੀ ਉਹਨਾਂ ਨੇ ਉਹਨੂੰ ਮੰਨਣਾ। ਜੇ ਤੁਸੀਂ ਇੱਕ ਵਾਰੀ ਸਿੱਧੇ ਆਪ ਚਲੇ ਗਏ, ਉੱਥੇ ਕੋਈ ਸਾਈਨ ਕਰ ਆਏ ਤੇ ਦੁਬਾਰਾ ਕਿਸੇ ਰੀਅਲਟਰ, ਆਪਣੇ ਦੋਸਤ ਨੂੰ, ਮਿੱਤਰ ਨੂੰ ਜਾਂ ਰਿਸ਼ਤੇਦਾਰ ਰੀਅਲਟਰ ਜਿਹੜਾ ਹੋਊਗਾ ਉਹਨੂੰ ਨਾਲ ਲੈ ਕੇ ਜਾਂਦੇ ਹੋ ਤੇ ਜਿਹੜਾ ਬਿਲਡਰ ਆ ਉਹ ਕੰਸੀਡਰ ਨਹੀਂ ਕਰਦਾ। ਉਸ ਕਰਕੇ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਨਵਾਂ ਘਰ ਖਰੀਦਣਾ, ਹਮੇਸ਼ਾ ਰੀਅਲ ਸਟੇਟ ਏਜੰਟ ਨੂੰ ਨਾਲ ਲੈ ਕੇ ਜਾਓ। ਤੁਸੀਂ ਰੀਅਲ ਸਟੇਟ ਏਜੰਟ ਨੂੰ ਕੋਈ ਕਮਿਸ਼ਨ ਨਹੀਂ ਦੇਣਾ ਹੁੰਦਾ। ਜਿਹੜਾ ਬਾਇਰ ਹੁੰਦਾ ਇੱਥੇ, ਜਿਹੜਾ ਖਰੀਦਣ ਵਾਲਾ, ਜਿਹਨੇ ਘਰ ਲੈਣਾ, ਉਹਨੇ ਇੱਥੇ ਅਮਰੀਕਾ ਵਿੱਚ, ਕੈਲੀਫੋਰਨੀਆ ਵਿੱਚ ਕੋਈ ਕਮਿਸ਼ਨ ਨਹੀਂ ਦੇਣਾ ਹੁੰਦਾ। ਉਹ ਜਿਹੜਾ ਕਮਿਸ਼ਨ ਆ ਉਹਨਾਂ ਨੇ ਉੱਥੋਂ ਬਿਲਡਰ ਤੋਂ ਲੈਣਾ ਜਾਂ ਦੂਜੀ ਪਾਰਟੀ ਜਿਹੜੀ ਆ ਵੇਚਣ ਵਾਲੀ, ਉਹਨਾਂ ਤੋਂ ਲੈਣਾ ਹੁੰਦਾ। ਤੁਹਾਨੂੰ ਫ੍ਰੀ ਸਰਵਿਸ ਮਿਲਣੀ ਆ। ਉਹਦਾ ਰੀਅਲਟਰ ਦਾ ਜਾਂ ਰੀਅਲ ਸਟੇਟ ਏਜੰਟ ਦਾ ਤੁਹਾਨੂੰ ਫਾਇਦਾ ਕੀ ਹੋਊਗਾ? ਫਾਇਦਾ ਇਹ ਆ, ਕੋਈ ਵੀ ਪੇਪਰ ਵਰਕਸ, ਕੋਈ ਵੀ ਸਰਵਿਸ ਸਾਰੀ ਉਹਨਾਂ ਨੇ ਤੁਹਾਨੂੰ ਕਰਕੇ ਦੇਣੀ ਆ, ਰੀਅਲ ਸਟੇਟ ਏਜੰਟ ਨੇ, ਠੀਕ ਹੈ ਨਾ। ਅਦਰਵਾਈਜ਼ ਕੋਈ ਵੀ ਚੀਜ਼ ਅਪਗ੍ਰੇਡ ਕਰਨੇ ਹੁੰਦੇ ਘਰ, ਉਹ ਤੁਹਾਨੂੰ ਸਮਝਾ ਸਕਦਾ ਵੀ ਆਹ ਜਿਹੜਾ ਬਿਲਡਰ ਹੋਊਗਾ ਇਹਨੇ ਫਰਜ਼ ਕੀਤਾ 5 ਲੱਖ ਦਾ ਘਰ ਆ, ਐਵਰੇਜ ਜਿਹੜੀ ਉਹਦੇ 'ਤੇ ਅਪਗ੍ਰੇਡ ਕਰਨ ਦਾ ਖਰਚਾ 60-70 ਹਜ਼ਾਰ ਦਾ ਆ ਜਾਂਦਾ। ਤੇ ਉਹਨੂੰ ਨਾਲ ਲੈ ਕੇ ਪਹਿਲਾਂ ਚੱਲਣਾ ਚਾਹੀਦਾ। ਸਾਨੂੰ ਦੇਖਣਾ ਚਾਹੀਦਾ ਕਿ ਸਾਡਾ ਉਸ ਤੋਂ ਬਾਅਦ ਜਦੋਂ ਅਸੀਂ ਘਰ ਲੈਂਦੇ ਹਾਂ, 5 ਲੱਖ ਦਾ ਘਰ ਲੈ ਲਿਆ, ਕਿਉਂਕਿ ਸਾਈਨ 5 ਲੱਖ ਦਾ ਲੱਗਿਆ ਉੱਥੇ, ਸਾਨੂੰ ਉਹ ਘਰ ਨਹੀਂ ਮਿਲੂਗਾ ਜਿਹੜਾ ਉੱਥੇ ਜੋ ਅਸੀਂ ਦੇਖ ਕੇ ਆਉਂਦੇ ਹਾਂ ਮਾਡਲ ਹਾਊਸ 'ਚ। ਮਾਡਲ ਹਾਊਸ ਦੇਖ ਕੇ ਸਾਡੀਆਂ ਅੱਖਾਂ ਚੰਦੇ ਆ ਜਾਂਦੀਆਂ, ਨਵੇਂ ਬੰਦੇ ਜਿਹੜੇ ਚੰਦੇ ਆ ਜਾਂਦੇ, ਐਡਾ ਸੋਹਣਾ ਘਰ ਆ। ਪਰ ਬਿਲਡਰ ਨੇ ਘਰ ਤੁਹਾਨੂੰ ਸਿਰਫ ਇੱਕ ਢਾਂਚਾ ਦੇਣਾ ਹੁੰਦਾ। ਉਹ ਟਾਈਮ ਟੂ ਟਾਈਮ ਤੁਹਾਨੂੰ ਪੁੱਛਦਾ, ਕਿਉਂਕਿ ਜੇ ਅੱਜ ਤੁਸੀਂ ਬੁੱਕ ਕਰਾਉਂਦੇ ਹੋ, ਉਹ ਤੁਹਾਨੂੰ ਪੁੱਛਦਾ ਕਿ ਤੁਸੀਂ ਕੀ ਅਪਗ੍ਰੇਡ ਕਰਾਉਣਾ, ਰੰਗ ਇਹ ਰੱਖਣਾ, ਫਰਸ਼ ਇਹੋ ਜਿਹਾ ਲਾਉਣਾ, ਜਿਹੜੀਆਂ ਕੈਬਨਟਸ ਆ ਉਹ ਇਹੋ ਲਾਉਣੀਆਂ, ਜਾਂ ਕੋਈ ਹੋਰ ਚੀਜ਼ਾਂ ਵੀ ਜਿਹੜੀਆਂ ਹੈਗੀਆਂ, ਟੈਪਸ ਆ, ਟੂਟੀਆਂ ਜਾਂ ਟੱਬ ਆ, ਜਾਂ ਕੋਈ ਹੋਰ ਵੀ ਅਪਗ੍ਰੇਡ ਹੁੰਦੇ ਆ, ਉਹਦੇ ਬਹੁਤ ਸਾਰੇ ਅਪਗ੍ਰੇਡ ਹੁੰਦੇ ਆ। ਉਹ ਜੇ ਤੁਸੀਂ ਸਾਰੇ ਸੇਮ ਕਰਾ ਲਓ ਨਵੇਂ ਘਰ ਵਾਲੇ, ਤੇ ਉਹਦੇ 'ਤੇ ਐਵਰੇਜ ਜਿਹੜਾ ਉਹ ਉੱਪਰ ਖਰਚਾ 5 ਲੱਖ ਤੋਂ ਉੱਪਰ ਘੱਟੋ ਘੱਟ 15 ਤੋਂ 20% ਖਰਚਾ ਹੋਰ ਪੈ ਜਾਂਦਾ। ਉਸ ਕਰਕੇ ਏਜੰਟ ਨੇ ਤੁਹਾਨੂੰ ਪਹਿਲਾਂ ਹੀ ਇਹਦੇ ਬਾਰੇ ਵੀ ਇਤਲਾਹ ਦੇਣੀ ਹੁੰਦੀ ਹੈ। ਬਹੁਤੇ ਏਜੰਟ ਦੱਸਦੇ ਨੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ। ਉਸ ਕਰਕੇ ਜਦੋਂ ਘਰ ਬੁੱਕ ਕਰਾਉਂਦੇ ਆ ਉਦੋਂ ਅੱਖਾਂ ਹੋਰ ਹੁੰਦੀਆਂ, ਉਹ ਦੇਖ ਕੇ ਮਾਡਲ ਹਾਊਸ, ਪਰ ਬਾਅਦ 'ਚ ਜਦੋਂ ਘਰ ਮਿਲਦਾ ਉਹ ਕਹਿੰਦੇ ਯਾਰ ਇਹਦੇ ਤਾਂ ਉਹਦੇ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਗੀ। ਉਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਪਹਿਲਾਂ ਹੀ ਡਿਕਲੇਅਰ ਕਰ ਦੇਣੀਆਂ ਚਾਹੀਦੀਆਂ, ਦੱਸਣਾ ਚਾਹੀਦਾ ਬਾਇਰ ਨੂੰ ਕਿ ਇਹ ਚੀਜ਼ਾਂ ਤੁਹਾਨੂੰ ਐਕਸਟਰਾ ਮਿਲਣਗੀਆਂ, ਇਹਦੇ ਲਈ ਤੁਹਾਨੂੰ ਐਕਸਟਰਾ ਪੈਸਾ ਖਰਚਣਾ ਪਊਗਾ। ਅਤੇ ਉਸ ਤੋਂ ਬਾਅਦ ਆ ਜਾਂਦਾ ਜੀ ਥੋੜ੍ਹਾ ਜਿਹਾ ਪੁਰਾਣਾ ਘਰ ਜਿਹੜਾ ਹੁੰਦਾ, ਉਹ ਵੀ ਉਹਦੇ ਵਿੱਚ ਕੁਛ ਨਹੀਂ ਵਿਗੜਿਆ ਹੁੰਦਾ। ਤਕਰੀਬਨ ਇੱਥੇ ਐਵਰੇਜ ਕਹਿੰਦੇ ਆ ਜੀ 15-20 ਸਾਲ ਪੁਰਾਣਾ ਘਰ ਵੀ ਹੋਵੇ ਅਤੇ ਘਰ ਦਾ ਕੁਛ ਨਹੀਂ ਵਿਗੜਦਾ। ਹਾਂ, ਜੇ ਉਹਦੀ ਮੇਨਟੇਨੈਂਸ ਨਾਲੋਂ ਨਾਲ ਜਿਹੜੀ ਆ ਉਹ ਕੀਤੀ ਜਾਵੇ ਅਤੇ ਘਰਾਂ ਦਾ ਕੁਛ ਵਿਗੜਦਾ ਨਹੀਂ। ਉਸ ਕਰਕੇ ਜੇ ਤੁਹਾਨੂੰ ਨਵੇਂ ਘਰ ਨਾਲੋਂ, ਜੇ ਫਰਜ਼ ਕੀਤਾ 5 ਲੱਖ ਦਾ ਘਰ ਆ, ਫਰਜ਼ ਕੀਤਾ, ਮੈਂ ਇਹ ਨਹੀਂ ਕਹਿੰਦਾ ਵੀ ਇੰਨੇ ਦਾ ਹੀ ਘਰ ਹੁੰਦਾ, 5 ਲੱਖ ਦਾ ਘਰ ਆ, ਉਹ ਤੁਹਾਨੂੰ ਉੱਥੇ ਜਾ ਕੇ 5-70 ਦਾ ਮਿਲਣਾ ਜਾਂ 60 ਦਾ ਮਿਲਣਾ। ਜਿਹੜਾ ਪੁਰਾਣਾ ਘਰ ਆ ਉਹ ਤੁਹਾਨੂੰ 5 ਤੋਂ ਵੀ ਥੱਲੇ ਮਿਲ ਜੂ, ਨਾਲੇ ਰੈਡੀਮੇਡ। ਇਹਦੇ 'ਚ ਇਹ ਹੁੰਦਾ ਤੁਹਾਨੂੰ ਨਾ ਉਹਦੇ 'ਚ ਘਾਹ ਲਵਾਉਣਾ ਪਊਗਾ, ਨਾ ਲੈਂਡਸਕੇਪਿੰਗ ਕਰਾਉਣੀ ਪਊਗੀ, ਨਾ ਕੋਈ ਹੋਰ ਅਪਗ੍ਰੇਡ ਕਰਾਉਣੇ ਹੋਣਗੇ। ਉਹ ਜਿਨ੍ਹਾਂ ਨੇ ਪਹਿਲਾਂ ਘਰ ਲਿਆ ਹੋਊਗਾ ਉਹਨਾਂ ਨੇ ਉਹ ਜਿਹੜਾ ਸਾਰਾ ਕੁਛ ਆਲਰੇਡੀ ਉਹ ਕਰਵਾਇਆ ਹੋਏਗਾ। ਉਸ ਕਰਕੇ ਤੁਹਾਨੂੰ ਸਸਤਾ ਪਊਗਾ ਕਰਕੇ, ਕਿਉਂਕਿ ਉਸ ਟਾਈਮ 'ਚ ਜਦੋਂ ਉਹਨੇ ਲਿਆ ਹੋਊਗਾ ਤਾਂ ਹੋ ਸਕਦਾ ਘਰ ਵੀ ਸਸਤਾ ਹੋਊਗਾ ਅਤੇ ਉਹ ਵੇਚੂਗਾ ਵੀ ਸਸਤਾ। ਉਸ ਕਰਕੇ ਉਹਦੇ ਵਿੱਚ ਵੀ ਫਾਇਦਾ। ਨੰਬਰ 3, ਜਿਹੜੇ ਬਹੁਤ ਪੁਰਾਣੇ ਘਰ ਹੁੰਦੇ ਆ, ਕਈ ਵਾਰੀ ਘਰ ਸਾਨੂੰ ਇੰਨੇ ਮਿਲ ਜਾਂਦੇ, ਕਈ ਵਾਰੀ 100 ਸਾਲ ਪੁਰਾਣਾ ਘਰ ਆ, 70-80 ਸਾਲ ਪੁਰਾਣਾ ਘਰ ਆ, ਉਹ ਵੀ ਅਸੀਂ ਦੇਖਦੇ ਹਾਂ, ਉਹ ਵੀ ਲੈ ਕੇ ਦੇਣੇ ਪੈਂਦੇ ਆ। ਉਹਦੇ 'ਚ ਕੀ ਹੁੰਦਾ, ਕਈ ਤਾਂ ਬਿਲਕੁਲ ਡੈਮੇਜ ਘਰ ਹੁੰਦੇ ਆ। ਡੈਮੇਜ ਘਰ ਜਿਹੜੇ ਹੁੰਦੇ ਆ ਉਹਦੇ ਵਿੱਚ ਤੁਸੀਂ ਉਸ ਘਰ ਨੂੰ ਦੁਬਾਰਾ ਰੀਮੋਡਲ ਕਰ ਸਕਦੇ। ਉਹਦੇ ਵਿੱਚ ਆਪਣੀ ਮਨਪਸੰਦ ਦੀ ਉਹਦੇ 'ਚ ਕਾਊਂਟਰ ਪਾ ਸਕਦੇ ਹੋ, ਉਹਦੇ ਵਿੱਚ ਕੈਬਨਟਸ ਪਾ ਸਕਦੇ ਹੋ, ਉਹਦੇ ਵਿੱਚ ਫਰਸ਼ ਪਾ ਸਕਦੇ ਹੋ, ਆਪਣੇ ਮਨਪਸੰਦ ਦਾ ਪੇਂਟ ਕਰ ਸਕਦੇ ਹੋ, ਹੋਰ ਵੀ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਆ, ਲੈਂਡਸਕੇਪਿੰਗ ਕਰ ਸਕਦੇ ਹੋ। ਉਹ ਘਰ ਫਿਰ ਜਾ ਕੇ ਇੱਕ ਤਰ੍ਹਾਂ ਦਾ ਨਵਾਂ ਲੱਗਣ ਲੱਗ ਪੈਂਦਾ। ਇੱਥੇ ਘਰ ਜਿਹੜੇ ਆ 100 ਸਾਲ ਵੀ ਪੁਰਾਣਾ ਹੁੰਦਾ, ਪਰ ਜਦੋਂ ਕਈ ਵਾਰੀ ਅਸੀਂ ਲੈਣ ਜਾਂਦੇ ਉਹ ਐਂ ਲੱਗਦਾ ਵੀ ਹਾਲੇ ਅੱਜ ਹੀ ਬਣਿਆ। ਅਤੇ ਉਸ ਕਰਕੇ ਉਹਦੇ 'ਚ ਵੀ ਜੇ ਜੋ ਚੰਗਾ ਬਣਿਆ ਅਤੇ ਉਹਦੀ ਇੰਸਪੈਕਸ਼ਨ ਕਰਾਓ। ਇੰਸਪੈਕਸ਼ਨ ਦੇ ਵਿੱਚ ਆ ਜਾਣਾ ਜੇ ਇੰਟਰਨਲ ਵੀ ਕੋਈ ਨੁਕਸ ਹੈਗਾ ਉਹ ਸੈਲਰ ਕਰਵਾ ਕੇ ਦਊਗਾ।
ਤੇ ਇਹ ਤੇ ਗੱਲਾਂ ਹੋਈਆਂ 3 ਤਰ੍ਹਾਂ ਦੇ ਘਰਾਂ ਦੀਆਂ। ਉਸ ਤੋਂ ਬਾਅਦ ਆ ਜਾਂਦਾ, ਮੈਂ ਹੁਣ ਕਹਿ ਕੇ ਹਟਿਆ, ਇੰਸਪੈਕਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਕਿਸੇ ਵੀ ਘਰ ਦੀ ਕਰਾਉਣੀ। ਬਹੁਤੇ ਲੋਕ ਕਹਿੰਦੇ ਯਾਰ ਦੇਖਣ 'ਚ ਠੀਕ ਲੱਗਦਾ ਘਰ, ਪਰ ਇਹ ਕਰਾ ਲੈਣੀ ਚਾਹੀਦੀ ਆ। ਹਾਂ, ਇਹਦਾ ਜਿਹੜਾ ਖਰਚਾ ਉਹ ਬਾਇਰ ਦਾ, ਖਰੀਦਣ ਵਾਲੇ ਦਾ ਖਰਚਾ ਹੁੰਦਾ। ਐਵਰੇਜ $600 ਹੁੰਦਾ। ਵੱਖਰੇ ਵੱਖਰੇ ਸਕੁਏਅਰ ਫੁੱਟਸ ਦੇ ਵੱਖਰੇ ਵੱਖਰੇ ਰੇਟ ਹੁੰਦੇ ਆ ਘਰਾਂ ਦੇ ਉਹਦੇ ਇੰਸਪੈਕਸ਼ਨ ਕਰਾਉਣ ਦੇ। 600-700 'ਚ 500 'ਚ ਵੀ ਹੋ ਜਾਂਦੀ ਹੈ, ਡਿਪੈਂਡ ਕਰਦਾ ਵੀ ਘਰ ਦਾ ਸਾਈਜ਼ ਕਿੰਨਾ। ਉਹ ਸਾਰੀਆਂ ਰੂਫ ਇੰਸਪੈਕਸ਼ਨ, ਇੰਟਰਨਲ ਇੰਸਪੈਕਸ਼ਨ, ਪੈਸਟੀਸਾਈਡ ਇੰਸਪੈਕਸ਼ਨ, ਟਰਮਾਈਟ ਇੰਸਪੈਕਸ਼ਨ, ਉਹ ਸਾਰੀਆਂ ਕਰਾਉਣੀਆਂ ਚਾਹੀਦੀਆਂ, ਬਹੁਤ ਜ਼ਰੂਰੀ ਆ। ਹੁਣ ਜੇ ਉਹਦੇ 'ਚ ਨੁਕਸ ਨਿਕਲ ਆਉਂਦਾ ਤੇ ਉਹ ਸੈਲਰ ਨੂੰ, ਘਰ ਵੇਚਣ ਵਾਲੇ ਨੂੰ ਰਿਕੁਐਸਟ ਕੀਤੀ ਜਾ ਸਕਦੀ ਆ ਵੀ ਭਾਈ ਤੂੰ ਹੁਣ ਇਹ ਰਿਪੇਅਰ ਕਰਾ ਕੇ ਦੇ। ਇਹਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ, ਜਿਹੜਾ ਸੈਲਰ ਹੁੰਦਾ ਉਹ ਪਹਿਲਾਂ ਹੀ, ਜੇ ਉਹਨਾਂ ਦਾ ਏਜੰਟ ਚਲਾਕ ਆ, ਉਹਨੇ ਪਹਿਲਾਂ ਲਿਖ ਦੇਣਾ ਐਜ਼ ਇਜ਼ ਵੀ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੋਵਾਂਗੇ, ਜਿੱਦਾਂ ਦਾ ਘਰ ਹੈਗਾ ਲੱਗਿਆ ਹੋਇਆ ਅਸੀਂ ਇਹੋ ਵੇਚਣਾ। ਤੇ ਉਹ ਵੀ ਬੜੀ ਇੱਕ ਟ੍ਰਿਕ ਆ। ਤੇ ਜੇ ਉਹ ਲਿਖਿਆ ਫਿਰ ਅਸੀਂ ਉਹਦੇ ਵਿੱਚ ਨਹੀਂ ਕਰ ਸਕਦੇ ਕਿ ਇਹ ਸਾਨੂੰ ਜਿਹੜੀਆਂ ਰਿਪੇਅਰਸ ਆ ਉਹ ਸਾਨੂੰ ਲੈ ਕੇ ਦਿਓ। ਇਸ ਤੋਂ ਬਾਅਦ ਜੇ ਬੈਂਕ ਨੇ ਵੀ ਜਿਹੜਾ ਜਦੋਂ ਤੁਸੀਂ ਤੁਹਾਡੇ ਲੋਨ ਕਰਨਾ, ਉਹਨਾਂ ਨੇ ਦੇਖਣਾ ਵੀ ਅਪਰੇਜ਼ਲ ਕਰਾਉਣੀ ਪੈਂਦੀ ਹੈ। ਅਪਰੇਜ਼ਲ ਦਾ ਮਤਲਬ ਘਰ ਦੀ ਵੈਲਿਊ ਪਾਉਣੀ ਹੈ, ਕੀਮਤ ਕਿੰਨੀ ਆ। ਉਹ ਇੱਕ ਕੰਪਨੀ ਹੁੰਦੀ ਹੈ, ਉਹ ਵੀ ਵੱਖਰੀ, ਉਹਨਾਂ ਨੇ ਉਹ ਦੇਖਣਾ ਹੁੰਦਾ ਕਿ ਇਹ ਘਰ ਦੀ ਵੈਲਿਊ ਕਿੰਨੀ। ਉਹਨਾਂ ਨੇ ਅਪਰੇਜ਼ਲ ਜਿਹੜੀ ਕਰਕੇ ਉਹ ਸਾਰੀ ਬੈਂਕ ਨੂੰ ਭੇਜਣੀ ਹੁੰਦੀ ਹੈ। ਜਦੋਂ ਬੈਂਕ ਨੂੰ ਆ ਜਾਂਦੀ ਹੈ, ਫਰਜ਼ ਕੀਤਾ 5 ਲੱਖ ਦਾ ਘਰ ਆ, ਅਪਰੇਜ਼ਲ ਕੰਪਨੀ ਵੀ 5 ਤੋਂ ਉੱਪਰ ਲਿਖ ਦਿੰਦੀ ਹੈ ਤਾਂ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ। ਕਈ ਵਾਰੀ ਅਪਰੇਜ਼ਲ ਜਿਹੜੀ ਕੰਪਨੀ ਆ ਉਹ ਦੇਖਦੀ ਆ ਕਿ ਇਹ 5 ਲੱਖ ਦਾ ਘਰ ਨਹੀਂ ਹੈਗਾ, ਉਹਨਾਂ ਨੇ ਦੱਸਣਾ ਹੁੰਦਾ ਇਹ 495 ਜਾਂ 496 ਜਾਂ 492 492 ਤੱਕ ਜਿਹੜਾ ਹੈਗਾ ਉਹ ਬਣਦਾ। ਉਦੋਂ ਫਿਰ ਕੀ ਹੁੰਦਾ, ਅਸੀਂ ਰਿਕੁਐਸਟ ਕਰਦੇ ਹਾਂ ਸੈਲਰ ਨੂੰ ਵੀ ਜੇ ਤੂੰ 5 ਲੱਖ ਦਾ ਘਰ ਲਾਇਆ ਪਰ ਇਹਦੀ ਵੈਲਿਊ ਇੰਨੀ ਆ, ਅਸੀਂ ਜਿਹੜੇ ਐਕਸਪੀਰੀਅੰਸਡ ਰੀਅਲਟਰ ਆ, ਅਸੀਂ ਉਹ ਆਪਣਾ ਉਹਨਾਂ ਨੂੰ ਰਿਕੁਐਸਟ ਕਰਕੇ ਪੈਸੇ ਉਹ ਕਢਾ ਲੈਂਦੇ, ਉਹਨਾਂ ਕੋਲੋਂ ਉਹ ਕੱਟ ਕਰ ਦਿੰਦੇ ਆ। ਫਿਰ ਇਹ ਬਹੁਤ ਸਾਰੀਆਂ ਹੋਰ ਵੀ ਟੈਕਨੀਕਲ ਗੱਲਾਂ ਜਿਹੜੀਆਂ ਉਹ ਰੀਅਲ ਸਟੇਟ ਮਾਰਕੀਟ ਵਿੱਚ ਹੈਗੀਆਂ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ। ਅਗਲੀ ਵਾਰੀ ਫਿਰ ਤੁਹਾਨੂੰ ਬਹੁਤ ਸਾਰੀਆਂ ਹੋਰ ਰੀਅਲ ਸਟੇਟ ਸੰਬੰਧੀ ਜਾਣਕਾਰੀ ਦੇਵਾਂਗੇ, ਬਹੁਤ ਸਾਰੀਆਂ ਹੋਰ ਵੀ ਗੱਲਾਂ ਕਰਨ ਵਾਲੀਆਂ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਤੁਸੀਂ ਕਾਲ ਕਰਨੀ ਹੋਵੇ, ਕਦੇ ਵੀ ਘਰ ਲੈਣਾ ਹੋਵੇ, ਕਿਸੇ ਤਰ੍ਹਾਂ ਦੀ ਵੀ ਪ੍ਰੋਪਰਟੀ ਲੈਣੀ ਹੋਵੇ, ਮੈਨੂੰ ਕਾਲ ਕਰੋ 9163209444। ਧੰਨਵਾਦ, ਸਤਿ ਸ਼੍ਰੀ ਅਕਾਲ।